ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलामुअलैकुम ਜੀ ਆਇਆਂ ਨੂੰ ਖੁਸ਼ਾਮਦੀਦ ਤੁਹਾਡੇ ਆਪਣੇ ਚੈਨਲ ਸਕਾਈ ਰੈਸਪੀ ਤੇ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਪੋਟੈਟੋ ਫਰਾਈਜ਼ ਦੀ ਰੈਸਪੀ। ਜਿਹੜੇ ਅਸੀਂ ਖੱਟੇ ਮਿੱਠੇ ਪੋਟੈਟੋ ਫਰਾਈਜ਼ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਹ ਨਾ ਸਿਰਫ ਬਣਾਉਣਾ ਹੀ ਆਸਾਨ ਆ ਬਲਕਿ ਖਾਣੇ ਨੂੰ ਵੀ ਬਹੁਤ ਮਜ਼ੇਦਾਰ ਲੱਗਦੀ ਆ। उम्मीद है कि ਤੁਹਾਨੂੰ ਇਹ ਰੈਸਪੀ ਅੱਛੀ ਲੱਗੂਗੀ। ਅਗਰ ਰੈਸਪੀ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਨਾਲ ਹੀ ਕਮੈਂਟ 'ਚ ਦੱਸਿਓ ਜ਼ਰੂਰ ਕਿ ਤੁਹਾਡੀ ਰੈਸਪੀ ਕਿਸ ਤਰ੍ਹਾਂ ਦੀ ਬਣੀ ਆ। ਚਲੋ ਜੀ ਦੋਸਤੋ, ਆਪਾਂ ਹੁਣ ਰੈਸਪੀ ਜਿਹਨੂੰ ਸ਼ੁਰੂ ਕਰ ਲੈਂਦੇ ਆ। ਸਭ ਤੋਂ ਪਹਿਲਾਂ ਆਪਾਂ ਜਿਹੜੀ ਹੈਗੇ ਨਾ ਉਹ ਇਮਲੀ ਭਿਗੋ ਕੇ ਰੱਖ ਲੈਣੀ ਆ। ਮੇਰੇ ਪਾਸ ਜਿਹੜੇ ਆਲੂ ਆ ਉਹ ਹੈਗੇ ਨੇ ਹਾਫ kg ਔਰ ਉਹਦੇ ਵਿੱਚ ਮੈਂ ਇਮਲੀ ਇਸਤੇਮਾਲ ਕਰ ਰਹੀ ਹਾਂ 50 ਗ੍ਰਾਮ। ਇਹਨੂੰ 1 ਕੱਪ ਪਾਣੀ ਦੇ ਵਿੱਚ ਆਪਾਂ ਪਹਿਲੇ ਭਿਗੋ ਕੇ ਰੱਖ ਦਿੰਦੇ ਆ। ਬਾਕੀ ਆਪਾਂ ਕੰਮ ਆਪਣਾ ਬਾਅਦ ਵਿੱਚ ਕਰਦੇ ਆ। ਇਹਨੂੰ ਚੰਗੀ ਤਰ੍ਹਾਂ ਇੱਦਾਂ ਆਪਾਂ ਚਮਚੇ ਦੀ ਮਦਦ ਨਾਲ ਨਾ ਥੋੜਾ ਜਿਹਾ ਅਲੱਗ-ਅਲੱਗ ਕਰ ਦਿੰਦੇ ਆ ਗੁਠਲੀਆਂ ਨੂੰ, ਤਾਂ ਕਿ ਫਿਰ ਇਹ ਆਸਾਨੀ ਨਾਲ ਭਿੱਜ ਜਾਣ। ਇਮਲੀ ਭਿਗੋ ਕੇ ਅਸੀਂ ਇੱਕ ਸਾਈਡ ਤੇ ਰੱਖ ਲਈ ਆ। ਹੁਣ ਅਸੀਂ ਲੈ ਲੈਣੇ ਨੇ ਜੀ ਆਲੂ ਸਾਡੇ ਕੋਲ ਹੈਗੇ ਨੇ ਜੀ ਹਾਫ kg ਤੋਂ ਥੋੜੀ ਜਿਹੀ ਜ਼ਿਆਦਾ ਹੀ ਨੇ। ਇਹਨੂੰ ਅਸੀਂ ਛਿੱਲ ਲੈਣਾ ਅੱਛੀ ਤਰ੍ਹਾਂ ਔਰ ਧੋ ਲੈਣਾ। ਧੋਣੇ ਤੋਂ ਬਾਅਦ ਅਸੀਂ ਜੀ ਇਹਨਾਂ ਨੂੰ ਇਸ ਤਰ੍ਹਾਂ 2 ਪੀਸ ਕਰ ਲੈਣੇ ਨੇ। ਔਰ ਆਲੂ ਅਸੀਂ ਬਹੁਤ ਜ਼ਿਆਦਾ ਮੋਟੇ ਨਹੀਂ ਰੱਖਣੇ, ਇਹਨਾਂ ਦੀ ਇਕੁਅਲ ਜਿਹੀ ਤਹਿ ਲਾਣੀ ਆ। ਜਿਹੜੇ ਜਿੱਥੋਂ ਥੋੜਾ ਜਿਹਾ ਮੋਟਾ ਆਲੂ ਆ ਨਾ ਉੱਥੋਂ ਤੋਂ ਅਸੀਂ ਉਤਾਰ ਲੈਣਾ ਔਰ ਚੌਰਸ ਤਰੀਕੇ ਨਾਲ ਅਸੀਂ ਇਹਨੂੰ ਕੱਟਣਾ ਤਾਂ ਕਿ ਸਾਡੇ ਸਾਰੇ ਆਲੂਆਂ ਦੇ ਪੀਸ ਚੌਰਸ ਨਜ਼ਰ ਆਣ। ਮੈਂ ਕਿਉਂਕਿ ਵੀਡੀਓ ਬਣਾ ਰਹੀ ਹਾਂ ਇਸ ਲਈ ਮੈਂ ਇਹ ਵਾਲਾ ਸਟੈਪ ਕਰ ਰਹੀ ਹਾਂ। ਅਗਰ ਤੁਸੀਂ ਘਰ ਬਣਾ ਕੇ ਖਾਣੀ ਆ ਤਾਂ ਸਟੈਪ ਕਰਨੇ ਦੀ ਕੋਈ ਜ਼ਰੂਰਤ ਨਹੀਂ ਹੈਗੀ। ਤੁਸੀਂ ਆਰਾਮ ਨਾਲ ਆਲੂ ਦੇ ਚੌਰਸ ਪੀਸ ਇਸ ਤਰ੍ਹਾਂ ਕੱਟ ਲਓ ਤੇ ਬਣਾਓ ਤਾਂ ਕਿ ਦੂਸਰੇ ਵਾਲਾ ਆਲੂ ਤੁਹਾਡਾ ਜ਼ਾਇਆ ਨਾ ਜਾਵੇ। ਇਹ ਦੇਖੋ ਜੀ, ਇਸ ਤਰ੍ਹਾਂ ਮੈਂ ਆਲੂ ਦੇ ਸਾਰੇ ਜਿਹੜੇ ਆ ਨਾ ਚੌਰਸ ਪੀਸ ਕੱਟ ਲੈਣੇ ਨੇ। ਆ ਦੇਖੋ ਇਸ ਤਰ੍ਹਾਂ ਇੰਨੇ ਪੀਸ ਅਸੀਂ ਕਰਨੇ। ਬਹੁਤ ਜ਼ਿਆਦਾ ਇਹਦੇ ਮੋਟੇ ਪੀਸ ਵੀ ਨਾ ਕੱਟਿਓ ਔਰ ਬਹੁਤ ਛੋਟੇ ਵੀ ਨਾ ਕੱਟਿਓ, ਤਾਂ ਕਿ ਬਹੁਤ ਛੋਟੇ ਕੱਟੋਗੇ ਤੇ ਉਹ ਬਿਲਕੁਲ ਜਿਹੜੇ ਨੇ ਮੈਸ਼ ਹੋ ਜਾਣਗੇ। ਬਹੁਤ ਬੜੇ ਕੱਟੋਗੇ ਤੇ ਉਹ ਖੂਬਸੂਰਤ ਨਹੀਂ ਲੱਗਣਗੇ। ਇਸ ਤਰ੍ਹਾਂ ਦੇ ਜ਼ਬਰਦਸਤ ਜੀ ਅਸੀਂ ਆਲੂਆਂ ਦੇ ਪੀਸ ਕੱਟ ਲੈਣੇ। ਬਾਕੀ ਦੇ ਵੀ ਮੈਂ ਕੱਟ ਲਵਾਂ, ਫਿਰ ਆਪਾਂ ਅਗਲਾ ਸਟੈਪ ਕਰਦੇ ਹਾਂ। ਮੈਂ ਸਾਰੇ ਆਲੂ ਕੱਟ ਲਏ ਨੇ। ਹੁਣ ਅਗਲਾ ਕੰਮ ਆਪਾਂ ਇਹਨਾਂ ਨੂੰ ਵਾਸ਼ ਕਰ ਲੈਣਾ ਸਭ ਤੋਂ ਪਹਿਲੇ, ਤਾਂ ਕਿ ਇਹਨਾਂ ਦੇ ਵਿੱਚ ਜਿਹੜਾ ਸਟਾਰਚ ਹੋਵੇ, ਲੇਸ ਜਿਹਾ ਪਾਣੀ ਨਿਕਲਦਾ ਇਹਦਾ, ਉਹ ਆਪਾਂ ਧੋ ਲੈਣਾ ਔਰ ਇਹਨਾਂ ਨੂੰ ਨੀਟ ਕਰ ਲੈਣਾ। ਹੁਣ ਕੀ ਕਰਨਾ, ਅਗਲਾ ਸਟੈਪ ਉਬਲਦੇ ਹੋਏ ਪਾਣੀ ਦੇ ਵਿੱਚ ਆਪਾਂ ਇਹਨਾਂ ਨੂੰ ਪਾ ਦੇਣਾ। ਬਿਲਕੁਲ ਇਹਨਾਂ ਨੂੰ ਉਬਲਦੇ ਹੋਏ ਪਾਣੀ 'ਚ ਤੁਸੀਂ ਪਾਣਾ ਔਰ ਤਕਰੀਬਨ 1 ਮਿੰਟ ਹੀ ਬੋਇਲ ਕਰਨਾ, ਜ਼ਿਆਦਾ ਬੋਇਲ ਨਹੀਂ ਕਰਨਾ। ਔਰ ਤਕਰੀਬਨ ਇਹਨਾਂ ਨੇ ਹਾਫ ਬੋਇਲ ਹੋ ਜਾਣਾ। 1 ਮਿੰਟ ਉਬਲਦੇ ਹੋਏ ਪਾਣੀ 'ਚ ਪਾਓਗੇ ਨਾ ਤੇ 1 ਮਿੰਟ ਇਹਨੂੰ ਬੋਇਲ ਕਰੋਗੇ ਤੇ ਇਹਨਾਂ ਨੇ ਹਾਫ ਬੋਇਲ ਹੋ ਜਾਣਾ। ਹਾਫ ਬੋਇਲ ਇਹਦੇ ਵਿੱਚ ਅਸੀਂ ਨਮਕ ਥੋੜਾ ਜਿਹਾ ਪਾ ਦੇਣਾ ਤਾਂ ਕਿ ਆਲੂ ਸਾਡੇ ਨਾਲ ਥੋੜੇ ਨਮਕੀਨ ਟੱਚ ਦੇਣ। ਆਲੂ ਬੋਇਲ ਹੋਣੇ ਤੋਂ ਬਾਅਦ ਅਸੀਂ ਇਹਨਾਂ ਨੂੰ ਕੱਢ ਲੈਣਾ, ਇਹਨਾਂ ਦਾ ਪਾਣੀ ਖੁਸ਼ਕ ਕਰ ਲੈਣਾ ਔਰ ਇਹਨਾਂ ਨੂੰ ਦੇਖੋ ਹਾਫ ਡਨ ਹੋ ਗਏ। ਮੈਂ ਇਹਨਾਂ ਦਾ ਪਾਣੀ ਖੁਸ਼ਕ ਕਰ ਲੈਂਦੀ ਹਾਂ। ਸਾਡਾ ਜੀ ਨੈਕਸਟ ਸਟੈਪ ਇਹ ਹੈ ਕਿ ਅਸੀਂ ਆਇਲ ਲੈ ਲਿਆ। ਅਸੀਂ ਆਇਲ ਨੂੰ ਪਹਿਲੇ ਚੈੱਕ ਕਰ ਲੈਂਦੇ ਹਾਂ। ਦੇਖੋ ਮਾਸ਼ਾਅੱਲਾ ਇਸ ਤਰ੍ਹਾਂ ਦਾ ਆਇਲ ਗਰਮ ਹੋਣਾ ਚਾਹੀਦਾ। ਪੂਰੇ ਗਰਮ ਆਇਲ ਦੇ ਵਿੱਚ ਅਸੀਂ ਆਲੂ ਜਿਹੜੇ ਅਸੀਂ ਬੋਇਲ ਕਰਕੇ ਰੱਖੇ ਸੀ ਅਸੀਂ ਪਾ ਦੇਣੇ ਆ। ਔਰ ਆਲੂਆਂ ਨੂੰ ਨਾ ਅਸੀਂ ਇੱਥੇ ਫਰਾਈ ਕਰਨਾ ਗੋਲਡਨ। ਜਦੋਂ ਉੱਪਰੋਂ ਇੱਕ ਗੋਲਡਨ ਹੋ ਜਾਣੇ ਤੇ ਕ੍ਰਿਸਪੀ ਜੀ ਲੇਅਰ ਇਹਦੇ ਉੱਤੇ ਆ ਜਾਵੇ, ਉਦੋਂ ਅਸੀਂ ਇਹਨੂੰ ਕੱਢਣਾ। ਇਸੇ ਤਰ੍ਹਾਂ ਜੀ ਸਾਡੇ ਆਲੂ ਫਰਾਈਜ਼ ਹੋ ਰਹੇ ਨੇ। ਜਿਸੇ ਤਰ੍ਹਾਂ ਸਾਡੇ ਆਲੂ ਫਰਾਈ ਹੁੰਦੇ ਨੇ ਔਰ ਅਸੀਂ ਆਪਣਾ ਜਿਹੜਾ ਇਹਦਾ ਜੀ ਅਗਲਾ ਸਟੈਪ ਕਰ ਲੈਂਦੇ ਨੇ। ਅਗਲਾ ਸਟੈਪ ਹੈ ਜੀ ਇਹਦੀ ਖੱਟੀ ਮਿੱਠੀ ਚਟਨੀ ਤਿਆਰ ਕਰਨੇ ਦਾ। ਸਭ ਤੋਂ ਪਹਿਲਾਂ ਕੜਾਈ ਲੈ ਲੈਣੀ ਆ। ਇਮਲੀ ਜਿਹੜੀ ਭਿਗੋ ਕੇ ਰੱਖੀ ਸੀ ਉਹਦਾ ਮੈਂ ਮੈਸ਼ ਕਰਕੇ ਉਹਦਾ ਪਾਣੀ ਅਲੱਗਾ ਕਰ ਲਿਆ, ਗੁਠਲੀਆਂ ਅਲੱਗਾ ਕਰ ਲਈਆਂ। ਉਹਦੇ ਵਿੱਚ ਅੱਧਾ ਕੱਪ ਚੀਨੀ ਦਾ ਪਾਣਾ ਆਪਾਂ। ਅੱਧਾ ਕੱਪ ਚੀਨੀ ਪਾ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ। ਇਹਨੂੰ ਉਸ ਵਕਤ ਤੱਕ ਪਕਾਉਣਾ ਜਦੋਂ ਇਹ ਇੱਕ ਖਾਸ ਕੁਆਂਟੀਟੀ ਦੇ ਵਿੱਚ ਨਾ ਆ ਜਾਵੇ, ਠੀਕ ਹੈ। ਨਾਲ ਹੀ ਅਸੀਂ ਇਹਦੇ ਵਿੱਚ ਥੋੜੀ ਜਿਹੀ ਸਪਾਈਸਿਸ ਸ਼ਾਮਲ ਕਰ ਲੈਂਦੇ ਹਾਂ। ਸਪਾਈਸਿਸ ਤੁਸੀਂ ਆਪਣੀ ਮਰਜ਼ੀ ਨਾਲ ਘੱਟ ਜਾਂ ਜ਼ਿਆਦਾ ਕਰ ਸਕਦੇ ਹੋ। ਮੈਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਉਹ ਸ਼ਾਮਲ ਕਰੂੰਗੀ ਗਾਰਲਿਕ ਪਾਊਡਰ ਹੈ ਥੋੜਾ ਜਿਹਾ, ਇਹਦੇ ਵਿੱਚ ਉਹ ਅਸੀਂ ਸ਼ਾਮਲ ਕਰਨਾ ਹੈ 1 ਟੀਸਪੂਨ ਜਿੰਨਾ। ਫਿਰ ਕਾਲੀ ਮਿਰਚ 1 ਟੀਸਪੂਨ ਜਿੰਨੀ ਇਹਦੇ ਵਿੱਚ ਪਾਣੀ ਆ। ਪਿੰਕ ਸਾਲਟ ਜਾਂ ਕਾਲਾ ਨਮਕ ਜਿਹਨੂੰ ਕਹਿੰਦੇ ਆ ਉਹ 1 ਟੀਸਪੂਨ ਇਹਦੇ ਵਿੱਚ ਜਾਏਗਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲੈਣਾ। ਅਗਰ ਤੁਸੀਂ ਤੇ ਚਾਹੋ ਇਹਦੇ ਵਿੱਚ ਸੁਰਖ ਦੜਾ ਮਿਰਚ ਵੀ ਪਾ ਸਕਦੇ ਹੋ, ਥੋੜਾ ਅਗਰ ਜ਼ਿਆਦਾ ਸਪਾਈਸੀ ਕਰਨਾ ਚਾਹੁੰਦੇ ਹੋ। ਲੇਕਿਨ ਇਹ ਬਹੁਤ ਹੀ ਜ਼ਬਰਦਸਤ ਖੱਟੇ ਮਿੱਠੇ ਜਿਹੇ ਸਾਡੇ ਨਾਲ ਫਰਾਈਜ਼ ਤਿਆਰ ਹੋਣਗੇ ਇਹ ਇੰਨੀ ਹੀ ਕੁਆਂਟੀਟੀ ਦੇ ਨਾਲ। ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪਕਾਉਣਾ ਹੈ। ਇੰਨਾ ਪਕਾਉਣਾ ਹੈ
ਕਿ ਅਸੀਂ ਇਹਦੇ ਕਲਰ ਬਿਹਤਰ ਕਰਨੇ ਲਈ, ਇਹਨੂੰ ਖੂਬਸੂਰਤ ਲੁੱਕ ਦੇਣ ਲਈ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕਲਰ, ਫੂਡ ਕਲਰ। ਨਾਰਜੀ ਰੰਗ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਤਾ, ਇਹ ਦੇਖੋ ਇਹਦਾ ਜ਼ਬਰਦਸਤ ਜਿਹਾ ਕਲਰ ਹੋ ਗਿਆ। ਔਰ ਇਹਨੂੰ ਪਕਾਣਾ ਜਿਹਾ, ਇਹ ਇੰਨੀ ਗਾੜੀ ਆਪਾਂ ਇਹਨੂੰ ਕਰ ਲੈਣਾ। ਇਸ ਤਰ੍ਹਾਂ ਜਦੋਂ ਇਸ ਫਾਰਮ 'ਚ ਆ ਜਾਵੇ, ਇਸ ਤਰ੍ਹਾਂ ਇੰਨੀ ਗਾੜੀ ਹੋ ਜਾਵੇ, ਫਿਰ ਆਪਾਂ ਜਿਹੜੇ ਆਲੂ ਅਸੀਂ ਫਰਾਈ ਕਰਕੇ ਰੱਖਿਆ, ਦੇਖੋ ਬਿਲਕੁਲ ਉੱਪਰ ਗੋਲਡਨ ਕ੍ਰਿਸਪੀ ਜੀ ਤਹਿ ਆ ਗਈ ਹੈ ਇਹਨਾਂ ਦੇ। ਹੁਣ ਅਸੀਂ ਜੀ ਇਹ ਆਲੂ ਸਾਡੇ ਤਿਆਰ ਨੇ, ਅਸੀਂ ਇਹਦੇ ਵਿੱਚ ਚਟਨੀ ਚਪਨੀ ਪਾ ਦੇਣੀ ਨੇ। ਬਹੁਤ ਹੀ ਮਜ਼ੇ ਦੇ ਫਰਾਈਜ਼ ਬਣਦੇ ਨੇ, ਖੱਟੇ ਮਿੱਠੇ। ਤੁਸੀਂ ਖਾਓਗੇ ਕਹੋਗੇ ਕਿ ਵਾਕਈ ਹੀ ਕੋਈ ਚੀਜ਼ ਬਣੀ ਆ, ਬਹੁਤ ਹੀ ਲਜ਼ੀਜ਼ ਬਣੀ ਆ। ਤੁਸੀਂ ਲੋਡਡ ਫਰਾਈਜ਼ ਵੀ ਖਾਓਗੇ, ਲੇਕਿਨ ਜਦੋਂ ਤੁਸੀਂ ਇਹ ਖਾਓਗੇ ਤਾਂ ਤੁਸੀਂ ਸਾਰੇ ਫਰਾਈਜ਼ਾਂ ਨੂੰ ਭੁੱਲ ਜਾਓਗੇ। ਇਹ ਇੰਨੇ ਮਜ਼ੇ ਦੇ ਔਰ ਟੇਸਟੀ ਬਣਦੇ ਨੇ। ਅੱਛੀ ਤਰ੍ਹਾਂ ਇਹਨੂੰ ਮਿਕਸ ਕਰਨਾ। ਬਸ ਜੀ ਸਾਡੇ ਫਰਾਈਜ਼ ਹੋ ਗਏ ਤਿਆਰ। ਹੁਣ ਅਸੀਂ ਇਹਦੀ ਗਾਰਨਿਸ਼ ਕਰਨੀ ਹੈ ਜਰਾ ਸਫੈਦ ਤਿਲਾਂ ਨਾਲ। ਥੋੜ੍ਹੇ ਜਿਹੇ ਇਹਦੇ 'ਤੇ ਛਿੜਕਾਂਗੇ ਜੀ ਅਸੀਂ ਸਫੈਦ ਤਿਲ, ਜਿਹੜੇ ਇਹਦੇ ਜ਼ਾਇਕੇ ਨੂੰ ਵੀ ਜ਼ਬਰਦਸਤ ਕਰ ਦੇਣਗੇ ਔਰ ਇਹਦੀ ਖੂਬਸੂਰਤੀ ਨੂੰ ਵੀ ਚਾਰ ਚੰਦ ਲਾ ਦੇਣਗੇ। ਦੇਖੋ ਜੀ ਜ਼ਬਰਦਸਤ ਮਾਸ਼ਾਅੱਲਾ ਜੀ ਅਸੀਂ ਇਹਦੇ 'ਤੇ ਛਿੜਕ ਲਿਆ। ਹੁਣ ਜੀ ਸਾਡੀ ਹੋ ਗਏ ਨੇ ਫਰਾਈਜ਼, ਖੱਟੇ ਮਿੱਠੇ ਫਰਾਈਜ਼ ਤਿਆਰ। ਹੁਣ ਅਸੀਂ ਇਹਨਾਂ ਨੂੰ ਕਰ ਲੈਣਾ ਸਰਵ, ਔਰ ਤੁਸੀਂ ਇਹਨਾਂ ਨੂੰ ਮਹਿਮਾਨਾਂ ਨੂੰ ਵੀ ਪੇਸ਼ ਕਰ ਸਕਦੇ ਹੋ, ਆਪਣੇ ਬੱਚਿਆਂ ਨੂੰ ਬਣਾ ਕੇ ਵੀ ਦੇ ਸਕਦੇ ਹੋ। ਸ਼ਾਮ ਦੇ ਟਾਈਮ ਬੱਚਿਆਂ ਨੂੰ ਸਨੈਕਸ ਦੇ ਤੌਰ ਪਰ ਦਿੱਤੇ ਜਾ ਸਕਦੇ ਨੇ। ਬਹੁਤ ਹੀ ਜ਼ਬਰਦਸਤ ਰੈਸਪੀ ਆ। ਉਮੀਦ ਹੈ ਕਿ ਤੁਹਾਨੂੰ ਅੱਛੀ ਲੱਗੂਗੀ। ਅਗਰ ਤੁਹਾਨੂੰ ਰੈਸਪੀ ਅੱਛੀ ਲੱਗ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਨਾਲ ਹੀ ਕਮੈਂਟ 'ਚ ਦੱਸਿਓ ਜ਼ਰੂਰ ਕਿ ਅਗਰ ਤੁਸੀਂ ਬਣਾਏ ਆ ਤਾਂ ਤੁਹਾਡੇ ਫਰਾਈਜ਼ ਕਿਸ ਤਰ੍ਹਾਂ ਦੇ ਬਣੇ ਔਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ। ਇਹ ਉਮੀਦ ਆ ਕਿ ਤੁਹਾਨੂੰ ਪਸੰਦ ਆਣਗੇ। ਇਹਦੇ ਨਾਲ ਹੀ ਤੁਸੀਂ ਆਪਣਾ ਰੱਖੋ ਖਿਆਲ। ਮੈਨੂੰ ਦਿਓ ਇਜਾਜ਼ਤ। ਅੱਲਾ ਸੋਹਣੇ ਦੇ ਹਵਾਲੇ।